ਬੜਿਆਂ ਵੀਰਾਂ ਦੀ ਫਰਮਾਇਸ਼ ਦੇ ਉੱਤੇ ਮੈਂ ਵੀਡੀਓ ਬਣਾਉਣ ਲੱਗੇ। ਬਹੁਤੇ ਸਾਰੇ ਮੈਨੂੰ ਕਮੈਂਟ ਇਹ ਹੀ ਹੁੰਦੇ ਨੇ YouTube ਤੇ Facebook ਤੇ TikTok ਤੇ ਕਿ ਭਾਈਜਾਨ ਸਾਨੂੰ ਡਰਾਈਵਰੀ ਸਿਖਾ ਦਿਓ। ਤੁਸੀਂ ਡਰਾਈਵਰੀ ਸਿਖਾਉਂਦੇ ਹੋ? ਜਿਹੜੇ ਨਵੇਂ ਨੇ ਫਰੈਸ਼ ਡਰਾਈਵਰ ਬਣਨ ਵਾਲੇ ਨੇ ਉਹਨਾਂ ਦੀ ਗੱਲ ਪਿਆ ਕਰਨਾ। ਤੇ ਬਹੁਤੇ ਸਾਰੇ ਇਹ ਵੀ ਕਮੈਂਟ ਹੁੰਦੇ ਨੇ ਕਿ ਸਾਨੂੰ ਕਿਸੇ ਜਗ੍ਹਾ ਤੇ ਜੌਬ ਲਾ ਦਿਓ। ਭਾਈਜਾਨ ਗੱਲ ਇਹ ਰੋਜ਼ੀ ਦਾ ਜਿਹੜਾ ਜ਼ਰੀਆ ਹੈ ਨਾ ਜੀ, ਉਹ ਕੋਈ ਬਣ ਸਕਦਾ, ਬਾਕੀ ਦੇਣੀ ਮੇਰੇ ਮਾਲਕ ਨੇ। ਇਹਦੇ ਤੋਂ ਨਾ ਅਸੀਂ ਭੱਜੇ ਆ ਤੇ ਨਾ ਹੀ ਤੁਸੀਂ ਭੱਜਦੇ ਹੋ। ਦੇਣੀ ਮੇਰੇ ਸੋਹਣੇ ਅੱਲਾ ਨੇ ਵੇ, ਵਸੀਲਾ ਕੋਈ ਨਾ ਕੋਈ ਬਣ ਸਕਦਾ। ਤੇ ਅਰਜ਼ ਇਹ ਵੇ ਕਿ ਮੈਂ ਕਈ ਸਾਰੇ ਕਮੈਂਟ ਇਹ ਹੁੰਦੇ ਨੇ ਕਿ ਸਾਨੂੰ ਸਿਖਾਓ, ਅਸੀਂ ਸਿੱਖਣਾ ਚਾਹੁੰਦੇ ਆ। ਤੁਸੀਂ ਸਿਖਾ ਸਕਦੇ? ਤੁਹਾਡੇ ਕੋਲੋਂ ਸਿੱਖਣਾ ਚਾਹੁੰਦੇ ਆ ਤੇ ਭਾਈਜਾਨ ਉਹਨਾਂ ਵਾਸਤੇ ਮੇਰਾ ਜਵਾਬ ਹੈ ਕਿ ਨਹੀਂ ਜਨਾਬ। ਜਿਹੜੀ ਕੰਪਨੀ 'ਚ ਮੈਂ ਚੱਲਣਾ ਪਿਆ ਜਾਂ ਮਕਸਦ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਇਜਾਜ਼ਤ ਨਹੀਂ ਹੁੰਦੀ ਕਿ ਜਿਹੜਾ ਹੈਲਪਰ ਤਿਆਰ ਕੀਤਾ ਜਾਵੇ, ਜਿਹੜਾ ਹੈਲਪਰ ਨੂੰ ਡਰਾਈਵਰ ਬਣਾਇਆ ਜਾਵੇ, ਤਿਆਰ ਕੀਤਾ ਜਾਵੇ। ਇੱਥੇ ਤੇ ਭਰਾ ਜੀ ਖਿੱਚ ਕੇ ਸਾਹ ਲੈ ਲਓ ਨਾ ਤੇ ਕੰਪਲੇਨ ਹੋ ਜਾਂਦੀ ਹੈ ਤੇ ਤੁਸੀਂ ਆਂਦੇ ਹੋ ਪਏ ਗੱਡੀ ਜਿਹੜੀ ਉਹ ਤੁਹਾਨੂੰ ਦਿੱਤੀ ਜਾ। ਬੜਾ ਔਖਾ ਜਿਹਾ ਕੰਮ ਹੈ ਭਰਾ ਜੀ। ਉਹਦੇ ਵਾਸਤੇ ਮੇਰਾ ਮਸ਼ਵਰਾ ਇਹ ਵੇ, ਕਿਸੇ ਲੋਡਰ ਗੱਡੀ ਤੇ ਜਾਓ, ਲਾਇਸੈਂਸ ਵੀ ਆਪਣਾ ਨੇੜੇ ਕਰੋ। ਲੋਡਰ ਗੱਡੀ ਤੇ ਜਾਓਗੇ, ਟਰੱਕ ਟਰਾਲਾ ਬਹੁਤਾ ਟੈਂਕਰ ਵਗੈਰਾ ਇਹਨਾਂ ਗੱਡੀਆਂ ਤੇ ਜਾਓਗੇ, ਆਪਣਾ ਲਾਇਸੈਂਸ ਬਣਵਾਓ LTV। 3 ਸਾਲ ਤੋਂ ਬਾਅਦ ਫਿਰ HTV ਬਣਾਓ। ਇੱਕ ਪ੍ਰੋਸੈਸ ਹੈ, ਇਹਦੇ ਚੋਂ ਲੰਘਣਾ ਪੈਣਾ। 4 ਤੋਂ 5 ਸਾਲ ਲੱਗਦੇ ਨੇ ਤਕਰੀਬਨ, ਠੀਕ ਹੈ ਜੀ। LTV 3 ਸਾਲ ਚੱਲੇ, ਉਸ ਤੋਂ ਬਾਅਦ HTV ਤੁਸੀਂ ਬਣਵਾਓਗੇ। HTV 1.5 ਸਾਲ ਤੋਂ ਬਾਅਦ ਤੁਸੀਂ PSV ਕਰਵਾ ਸਕਦੇ, ਯਾਨੀ ਕਿ 3 ਤੋਂ 3.5 ਸਾਲ ਦੇ ਅਰਸੇ ਤੋਂ ਬਾਅਦ ਤੁਸੀਂ HTV ਕਰਵਾਉਣਾ। ਉਸ ਤੋਂ ਬਾਅਦ 1 ਸਾਲ ਤੋਂ ਬਾਅਦ ਜਾਂ 1.25 ਸਾਲ ਤੋਂ ਬਾਅਦ ਤੁਸੀਂ PSV ਬਣਵਾ ਸਕਦੇ ਹੋ, HTV PSV, ਯਾਨੀ ਕਿ 4.5 ਸਾਲ ਦਾ ਅਰਸਾ ਦਰਕਾਰ ਹੈ। ਉਸ ਤੋਂ ਬਾਅਦ ਲੀਗਲ ਤਰੀਕੇ ਨਾਲ ਲਾਇਸੈਂਸ ਬਣੇਗਾ। ਨੰਬਰ 1। ਨੰਬਰ 2, ਲੋਡਰ ਗੱਡੀ ਤੇ ਤੁਹਾਡਾ ਐਕਸਪੀਰੀਅੰਸ ਵੀ 4 ਤੋਂ 5 ਸਾਲ ਜਿਹੜਾ ਹੈ ਨਾ ਉਹ ਜ਼ਰੂਰੀ। ਫਿਰ ਤੁਹਾਨੂੰ ਜਦੋਂ ਲਾਇਸੈਂਸ ਤੁਹਾਡੇ ਹੱਥ ਆ ਜਾਏਗਾ, ਉਸ ਤੋਂ ਬਾਅਦ ਤੁਸੀਂ ਕਿਸੇ ਟ੍ਰੇਨਿੰਗ ਵਾਲੀ ਗੱਡੀ ਤੇ ਜਾਓਗੇ, ਯਾਨੀ ਕਿ ਟ੍ਰੇਨਿੰਗ ਵਾਲੀ ਕੰਪਨੀ ਦੇ ਵਿੱਚ ਜਾਓਗੇ ਜਿੱਥੇ ਡਰਾਈਵਰ ਨੂੰ ਪਾਲਿਸ਼ ਕੀਤਾ ਜਾਂਦਾ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਫੈਸਲ ਮੂਵਰ ਹੋ ਗਈ, ਡੈਵੋ ਹੋ ਗਈ, ਉਹ ਤੁਹਾਨੂੰ ਮਕਸਦ ਹੈ ਕਿ ਇਸ ਕਾਬਲ ਬਣਾ ਦਿੰਦੇ ਨੇ ਕਿ ਤੁਸੀਂ ਬੱਸ ਚਲਾ ਸਕਦੇ। ਉਸ ਤੋਂ ਬਾਅਦ ਤੁਸੀਂ ਆ ਮਾਰਕੀਟ ਦੀਆਂ ਜਿਹੜੀਆਂ ਜਿੰਨੀਆਂ ਵੀ ਕੰਪਨੀਆਂ ਨੇ ਨਾ, ਮਾਰਕੀਟ 'ਚ ਇੱਕ ਦਫਾ ਆ ਜਾਓਗੇ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਮਰਜ਼ੀ ਗੱਡੀ ਤੇ ਜਾ ਸਕਦੇ ਹੋ। ਭਰਾ ਜੀ ਸਾਨੂੰ ਤੰਗ ਨਾ ਕਰਿਆ ਕਰੋ। ਬਾਰ-ਬਾਰ ਇਹ ਹੀ ਕਮੈਂਟ ਹੁੰਦੇ ਨੇ ਕਿ ਸਾਨੂੰ ਵੀ ਆਪਣੇ ਨਾਲ ਰੱਖ ਲਓ, ਸਾਨੂੰ ਵੀ ਡਰਾਈਵਰੀ ਸਿਖਾ ਦਿਓ। ਭਰਾ ਜੀ ਮੈਂ ਇਹਨੇ ਜੋਗਾ ਨਹੀਂ। ਔਰ ਦੂਸਰੇ ਨੰਬਰ ਤੇ ਮੇਨ ਵਜ੍ਹਾ ਜਿਹੜੀ ਹੈ, ਅੱਜ ਕੱਲ ਡਰਾਈਵਰ ਕਿਉਂ ਨਹੀਂ ਤਿਆਰ ਹੋ? ਤੁਸੀਂ ਅਗਰ ਲੋਡਰ ਗੱਡੀ ਤੇ ਵੇਖੋਗੇ, ਲੋਡਰ ਗੱਡੀ ਤੇ ਜਿੱਥੇ 3 ਜਣੇ ਚੱਲਦੇ ਸਨ, 3 ਬੰਦੇ ਚੱਲਦੇ ਸਨ, ਉੱਥੇ ਅਮਲਾ ਸ਼ਾਰਟ ਗਿਆੜ ਦਿੱਤਾ ਗਿਆ। ਉੱਥੇ ਹੈਲਪਰ ਕੈਲੰਡਰ ਜਿਹਨੂੰ ਆਉਂਦੇ ਨੇ ਉਹ ਨਹੀਂ ਰੱਖ ਰਹੇ, ਜ਼ਿਆਦਾ ਕੰਪਨੀਆਂ ਵਾਲੇ ਨਹੀਂ ਰੱਖ ਰਹੇ, ਜ਼ਿਆਦਾ ਫਸਟ ਸਾਹਿਬ ਨਹੀਂ ਰੱਖ ਰਹੇ, ਠੀਕ ਹੈ, ਕਿਉਂਕਿ ਮਾਲਕਾਂ ਵੱਲੋਂ ਵਾਊਚਰ ਐਡਾ ਨਹੀਂ ਹੁੰਦਾ। ਸਿਰਫ 2 ਜਣੇ ਚੱਲਦੇ ਨੇ ਪਏ, ਉਹ ਵੀ 2 ਡਰਾਈਵਰ ਚੱਲਦੇ ਨੇ ਪਏ ਵਾਇਲਟ ਲਾਇਸੈਂਸ ਵਾਲੇ। ਇਹਨਾਂ ਦਾ 1 ਨੰਬਰ ਲਾਇਸੈਂਸ ਹੈ। ਤਕਰੀਬਨ 80 ਤੋਂ 90% ਕੰਪਨੀਆਂ ਦੇ ਵਿੱਚ ਹਰ ਜਗ੍ਹਾ ਤੇ ਇਹ ਹੀ ਚੀਜ਼ ਚੱਲ ਰਹੀ ਹੈ ਕਿ ਜਿਹੜੇ 3 ਜਗ੍ਹਾ ਤੇ ਬੰਦੇ ਚੱਲਦੇ ਸਨ, 3 ਬੰਦੇ ਚੱਲਦੇ ਸਨ, ਉਹਨਾਂ ਨੂੰ 2 ਕਰ ਦਿੱਤਾ ਗਿਆ। ਹੁਣ ਡਰਾਈਵਰ ਕਿੱਥੋਂ ਤਿਆਰ ਹੋਣ? ਡਰਾਈਵਰ ਨਹੀਂ ਤਿਆਰ ਹੋ ਰਹੇ। ਮੇਰੇ ਮੁਲਕ ਦੇ ਵਿੱਚ ਡਰਾਈਵਰ ਜਿਹੜੇ ਨੇ ਉਹ ਤਿਆਰ ਨਹੀਂ ਹੋ ਰਹੇ। ਭਰਾ ਜੀ ਗੱਲ ਸਿੱਧੀ ਤੇ ਸਾਫ਼ ਨੇ। ਇਸ ਤਰ੍ਹਾਂ ਹੀ ਹੁੰਦਾ ਸੀ, ਹਰ ਗੱਡੀ ਦੇ ਉੱਤੇ ਹੈਲਪਰ ਵੀ ਚੜ ਜਾਣ। ਹੁਣ ਹਰ ਬੰਦਾ ਸੋਚਦਾ ਹੈ ਵੀ ਜੇ ਅਗਰ ਹੈਲਪਰ ਮਾਲਕਾਂ ਦੀ ਤਰਫੋਂ ਤਨਖਾਹ ਵੀ ਨਹੀਂ ਹੈ, ਹੈਲਪਰ ਚੁੱਕ ਵੀ ਲਈਏ, ਉਹਦਾ ਆਖਰ ਰੋਟੀ ਖਰਚਾ ਵੀ ਹੈ, ਉਹਦੀ ਦੇਖਭਾਲ ਵੀ ਹੈ, ਉਹਦੀ ਤਨਖਾਹ ਵੀ ਹੈ, ਹਿਸਾਬ ਕਿਤਾਬ ਹੈ, ਕਿੱਥੋਂ ਪੂਰੇ ਕਰਨੇ ਨੇ? ਮਾਲਕਾਂ ਨੇ ਵਾਊਚਰ ਦਿੱਤਾ ਸਿਰਫ 2 ਬੰਦਿਆਂ ਦਾ। ਸਾਰਿਆਂ ਦੀ ਗੱਲ ਨਹੀਂ ਪਿਆ ਕਰਦਾ, ਕਈਆਂ ਜਗ੍ਹਾ ਤੇ ਅਮਲਾ ਪੂਰਾ ਚੱਲਦਾ ਪਿਆ, 3 ਜਣੇ ਪੂਰੇ ਵੀ ਚੱਲਦੇ। ਬਹੁਤੀਆਂ ਜਗ੍ਹਾ ਦੇ ਉੱਤੇ ਸਿਰਫ 2 ਜਣੇ ਹੀ ਚੱਲਦੇ ਨੇ। 80 ਤੋਂ 85% ਸਿਰਫ ਕੰਪਨੀਆਂ ਦੇ ਵਿੱਚ 2 ਬੰਦੇ ਹੀ ਚੱਲਦੇ ਨੇ ਲੋਡਰ ਗੱਡੀਆਂ ਦੇ ਉੱਤੇ ਨਾ। ਫਿਰ ਡਰਾਈਵਰ ਆਖਰ ਜਿਹੜਾ ਹੈਲਪਰ ਤੀਸਰਾ ਨਾਲ ਹੋਣਾ, ਉਹਨੇ ਹੀ ਤਿਆਰ ਹੋਣਾ, ਉਹ ਤਿਆਰ ਨਹੀਂ ਹੋ ਰਿਹਾ ਭਾਈ ਜੀ। ਤੇ ਇਸ ਤਰ੍ਹਾਂ ਦੀ ਬੜੀ ਸ਼ਾਰਟਿੰਗ ਜਿਹੀ ਚੱਲ ਰਹੀ ਹੈ। ਤੇ ਮੈਂ ਇੱਕ ਕੰਪੇਨ ਚਲਾਈ ਸੀ ਕਿ ਮੈਂ ਡਰਾਈਵਰ ਕੈਲੰਡਰ ਮਕਸਦ ਹੈ ਕਿ ਜਿਹੜੇ ਵੀ ਨੇ ਬੱਸਾਂ ਤੇ ਡਰਾਈਵਰ ਇੱਕ ਦੂਸਰੇ ਨੂੰ ਦੇਣ ਦਾ ਇੱਕ ਅਜ਼ਮ ਚੁੱਕਿਆ ਸੀ। ਲੇਕਿਨ ਉਹਦੇ ਉੱਤੇ ਵੀ ਮੈਂ ਹੁਣ ਪੂਰਾ ਇਸ ਤਰ੍ਹਾਂ ਨਹੀਂ ਉਤਰ ਰਿਹਾ ਕਿ ਮੈਂ ਯਾਰ ਆਪਣੀ ਰੋਜ਼ੀ ਵੀ ਕਰਨੀ। ਅਗਰ ਮੈਂ ਰੋਜ਼ੀ ਆਪਣੀ ਛੱਡ ਦੇਣਾ ਫਿਰ ਮੈਂ 100% ਤਕਰੀਬਨ ਖਿਦਮਤ-ਏ ਖਲਕ ਦੇ ਵਿੱਚ ਸ਼ਾਮਲ ਹੋ ਸਕਣਾ, ਠੀਕ ਹੈ ਜੀ। ਮਾਲਕਾਂ ਨੂੰ ਡਰਾਈਵਰ ਲੱਭ ਕੇ ਦਿਆਂ, ਹੈਲਪਰ ਲੱਭ ਕੇ ਦਿਆਂ, ਔਰ ਹੈਲਪਰਾਂ ਡਰਾਈਵਰਾਂ ਨੂੰ ਮਾਲਕ ਚੰਗੇ ਮਕਸਦ ਹੈ ਕਿ ਲੱਭ ਕੇ ਦਿਆਂ ਲੋਡਰ ਗੱਡੀ ਦੇ, ਠੀਕ ਹੈ ਜੀ। ਇਹ ਕੰਮ ਮੈਂ ਅੱਗੇ ਵੀ ਸ਼ੁਰੂ ਕੀਤਾ ਸੀ। ਖਿਦਮਤਾਂ ਤੇ ਭਰਾ ਦੀਆਂ ਤੁਹਾਡੇ ਨਾਲ ਨੇ। ਕਈ ਸਾਰੇ ਵੀਰ ਮੈਨੂੰ ਜਾਣਦੇ ਹੋਣੇ ਨੇ। ਗੁਜ਼ਿਸ਼ਤਾ ਕਈ ਸਾਲਾਂ ਤੋਂ ਮੈਂ ਆਪਣੀ
ਖਿਦਮਤ ਨੂੰ ਸਾਰ ਅੰਜਾਮ ਦੇਣ ਬਗੈਰ ਲਾਲਚ ਦੇ ਆਪਣਾ ਫਰਜ਼ ਸਮਝ ਕੇ ਸਾਰ ਅੰਜਾਮ ਦੇਣ ਡਿਆ। ਲੇਕਿਨ ਭਰਾ ਜੀ ਅਸੀਂ ਆਪਣੀ ਰੋਜ਼ੀ ਵੀ ਕਰਨੀ। ਮੈਂ ਵੀ ਤੇ ਹੁਣ ਗੱਡੀ ਚਲਾਣੀ ਹੈ, ਮੇਰਾ ਵੀ ਤੇ ਵਸੀਲਾ ਰੋਜ਼ੀ ਦਾ ਹੈ ਹੀ। ਹੁਣ ਮੈਂ ਇੱਕ ਹੀ ਕੰਮ ਕਰ ਸਕਣਾ, ਜਾਂ ਇੱਧਰ ਰੋਜ਼ੀ ਕਰ ਸਕਣਾ ਜਾਂ ਤੁਹਾਡੀ ਹੈਲਪ ਕਰ ਸਕਣਾ। ਬੁਰਾ ਮਹਿਸੂਸ ਨਾ ਕਰਿਆ ਜੇ, ਵੈਸੇ ਮੈਂ ਪੇਸ਼ ਹਾਂ ਡਰਾਈਵਰਾਂ ਨੂੰ, ਅਮਲੇ ਵਾਲਿਆਂ ਨੂੰ ਮੈਂ ਬ੍ਰਾਂਡ ਆਨਾ ਵਾ, ਠੀਕ ਹੈ ਜੀ। ਤੇ ਬਹੁਤੇ ਸਾਰੇ ਡਰਾਈਵਰ ਨਾ ਇਸ ਕਰਕੇ ਤਿਆਰ ਨਹੀਂ ਹੋਣ ਡੇ। ਤੇ ਭਰਾ ਜੀ ਇਹਦਾ ਵੀ ਇੱਕ ਹੱਲ ਹੈ। ਕਈ ਆ ਟ੍ਰੇਨਿੰਗ ਸਕੂਲ ਬਣੇ ਨੇ, ਮੇਰਾ ਮੰਨਣਾ ਇਹ ਵੇ ਕਿ ਉਹਨਾਂ ਟ੍ਰੇਨਿੰਗ ਸਕੂਲਾਂ ਦੇ ਵਿੱਚ ਜਾਣ ਦੀ ਬਜਾਏ ਤੁਸੀਂ ਪ੍ਰੈਕਟੀਕਲ ਤਰੀਕੇ ਨਾਲ ਰੋਡ ਦੇ ਉੱਤੇ ਇੱਕ ਸਹੀ ਅਗਰ ਪ੍ਰੋਫੈਸ਼ਨਲ ਤਰੀਕੇ ਦਾ ਡਰਾਈਵਰ ਤਿਆਰ ਹੋਣਾ ਚਾਹੁੰਦਾ ਨਾ ਜੀ, ਉਹ ਰੋਡ ਦੇ ਉੱਤੇ ਜਾ ਕੇ ਜਿਹੜਾ ਰੋਡ ਸੈਂਸ ਉਹਨੂੰ ਮਿਲਦਾ ਨਾ ਜੀ, ਸਕੂਲ ਬਣੇ ਨੇ ਨਾ ਜੀ, ਇਹ ਜਿਹੜੇ ਕਈ ਟ੍ਰੇਨਿੰਗ ਸਕੂਲ ਬਣੇ ਨੇ ਇਹਨਾਂ ਦੇ ਵਿੱਚ ਉਹ ਨਹੀਂ ਲੱਭਦਾ। ਗੱਲ ਸਿੱਧੀ ਤਾਂ ਸਾਫ਼ ਹੈ, ਭਾਵੇਂ ਮੇਰੇ ਭਰਾਵਾਂ ਨੂੰ ਕਿਸੇ ਨੂੰ ਗੁੱਸਾ ਹੀ ਲੱਗੇ, ਜ਼ਿਆਦਾ ਵੀਰ ਜਿਹੜੇ ਕਾਰਾਂ ਚਲਾਉਣ ਵਾਲੇ ਨੇ, ਰਕਸ਼ੇ ਚਲਾਉਣ ਵਾਲੇ ਨੇ ਜਾਂ ਬਾਈਕ ਵਗੈਰਾ ਚਲਾਉਣ ਵਾਲੇ ਨੇ, ਉਹ ਟ੍ਰੇਨਿੰਗ ਸਕੂਲ 'ਚ ਜਾਂਦੇ ਨੇ। ਉੱਥੇ ਜਾ ਕੇ ਤੇ ਆਪਣੇ ਕੁਝ ਪ੍ਰੋਸੈਸ ਨੇ ਉਹਨਾਂ 'ਚੋਂ ਲੰਘਦੇ ਨੇ, ਰੋਡ ਤੇ ਆ ਜਾਂਦੇ ਨੇ। ਉਸ ਤੋਂ ਬਾਅਦ ਅੱਲਾ ਮਾਫ ਕਰੇ ਤੋਬਾ ਕਰਕੇ ਆਨਾ ਵਾ, ਬਹੁਤੇ ਸਾਰੇ ਹਾਦਸੇ 60 ਤੋਂ 70% ਸਿਰਫ ਟ੍ਰੇਨਿੰਗ ਸਕੂਲਾਂ ਵਾਲਿਆਂ ਦੇ ਹੁੰਦੇ। ਮਾਲਕ ਦੀ ਜ਼ਾਤ ਡਾਢੀ ਇਹ ਤੋਬਾ ਕਰਕੇ ਆਨਾ, ਅੱਲਾ ਮਾਫ ਕਰੇ। ਮੇਰਾ ਤਕੱਬਰ ਵਾਸਤੇ ਇਹ ਜੁਮਲਾ ਮੈਂ ਇਸਤੇਮਾਲ ਨਹੀਂ ਕੀਤਾ, ਲੇਕਿਨ ਮੇਰਾ ਸਿਰਫ ਮੰਨਣਾ ਇਹ ਵੇ, ਰਿਕਵੈਸਟ ਇਹ ਵੇ, ਪ੍ਰੈਕਟੀਕਲ ਤਰੀਕੇ ਨਾਲ ਭਰਾ ਜੀ ਗੱਡੀ ਤੇ ਆਓ। ਅਗਰ ਤੁਸੀਂ ਡਰਾਈਵਰ ਅੱਛਾ ਬਣਨਾ ਚਾਹੁੰਦੇ ਹੋ, ਪਹਿਲੇ ਮਕਸਦ ਹੈ ਕਿ ਲੋਡਰ ਗੱਡੀ ਤੇ ਜਾਓ। ਲੋਡਰ ਗੱਡੀ ਤੋਂ ਬਾਅਦ ਤੁਸੀਂ ਐਕਸਪੀਰੀਅੰਸ ਹਾਸਲ ਕਰਕੇ, ਰੋਡ ਸੈਂਸ ਹਾਸਲ ਕਰਕੇ, ਉਸ ਤੋਂ ਬਾਅਦ ਤੁਸੀਂ 1 ਨੰਬਰ ਲਾਇਸੈਂਸ ਲਿਆਓ। 1 ਨੰਬਰ ਲਾਇਸੈਂਸ ਤੋਂ ਬਾਅਦ ਪੂਰੇ ਭਾਰ ਨਾਲ ਮਾਰਕੀਟ ਦੇ ਵਿੱਚ ਆਓ। ਮੇਰਾ ਮਸ਼ਵਰਾ ਤੁਹਾਨੂੰ ਇਹ ਵੇ। ਬਾਕੀ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਭਰਾਵਾਂ ਵਾਸਤੇ ਕੁਝ ਕਰਾਂਗਾ। ਮੈਨੂੰ ਅਗਰ ਜੌਬ ਛੱਡਣੀ ਵੀ ਪਈ ਤੇ ਫਿਲਹਾਲ ਨਹੀਂ, ਜੇ ਅਗਰ ਅੱਗੇ ਚੱਲ ਕੇ ਮੈਨੂੰ ਜੌਬ ਛੱਡਣੀ ਵੀ ਪੈਂਦੀ ਹੈ ਨਾ, ਤੇ ਮੈਂ ਯਾਰ ਕਿਸੇ ਨਾ ਕਿਸੇ ਦੇ ਕੰਮ ਆ ਸਕਾਂ, ਮੈਂ ਕਿਸੇ ਵਾਸਤੇ ਕੁਝ ਕਰ ਜਾਵਾਂ, ਮੇਰਾ ਅਜ਼ਮ ਇਹ ਵੇ। ਬਾਕੀ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਜਜ਼ਾ ਦੇ। ਤੁਸੀਂ ਮੇਰੇ ਨਾਲ ਜਿਹੜੇ ਪਿਆਰ ਰੱਖਦੇ ਹੋ, ਬੜਾ ਤੁਹਾਡਾ ਮੁਹੱਬਤਾਂ ਦਾ ਸ਼ੁਕਰੀਆ। ਜਿਹੜੇ ਨੈਗੇਟਿਵ ਤਰੀਕੇ ਨਾਲ ਵਹਿੰਦੇ ਹੋ, ਬੈਡ ਕਮੈਂਟ ਕਰਦੇ ਹੋ, ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਵੀ ਇੱਜ਼ਤ ਦੇ, ਖੁਸ਼ਬਾਸ਼ ਰੱਖੇ। ਮੇਰੀ ਨਾਚੀਜ਼ ਜੇ ਬੰਦੇ ਦੀ ਦਿਲੀ ਦੁਆ ਹੈ। ਖੁਸ਼ ਰਿਹਾ ਕਰੋ। ਵੀਡੀਓ ਚੰਗੀ ਲੱਗੇ ਤੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਅੱਲਾਹ ਹਾਫਿਜ਼।